जग आयो लोक सुनियो परलोक सुनियो बिद लोक सुनियो सब दर्शन पायो संगत पार्यो तारन को गुरु नानक साहिब पंथ चलायो। वाहिगुरु श्री गुरु नानक साहिब धार के मूरत है जग आयो। आद करो गुरुदेव को बंदन वाहिगुरु मुख माहि उचारी। दोए कर जोर करो चरणा पर जाऊं सदा गुर को बिलहारी। आन सुनै उपमा गुर की गुर मूरल ध्यान हृदय में धारी। वाहिगुरु श्री गुरु नानक साहिब सेवक शरण गई दरबारी। दंडौत बंदन अनकबार सर्व कला समर्थ डोलन ते राखो गुरु नानक दे कर हथ। ज्ञान अंजन गुर दिया अज्ञान अंधेर नास। हर कृपा ते संत पिटिया नानक मान परदास। मुकुचरै शास्त्र खाट पिंग गिरन चढ़ जाए। आंध लखै बदरो सुन जो काल कृपा कराए। गुरु नानक पुरुषोत्तम परम पुरावनाथ जुगल चरण मन बंदना तर कर तर परमात। गुरु नानक सुख सिंध को हाथ जोड़ प्रणाम। जिस करना ते बड़ अगी पावलै गात विश्राम। सतनाम श्री वाहिगुरु साहिब जी। लहणे दी घेराई नानका दोही खटिया। जो देवा जुगत साय सहकाया फेर पलटिया। लहणे दी फेराई नानका दोही खटिया। जुगत साय सहकाया फेर पलटिया। चुल्लै सो छत निरंजनी मल तखत बैठा गुर हटिया। करहै जे गुर फुरमाया सिल जोग अलूणी चटिया। लंगर चलै गुर सबद हार तोट न आवी खटिया। खर्चे जित खसाम दी आप कहती खैर दबटिया। होवै सिफत खसाम दी नूर अरसब पुरसब चटिया। तुद डिठे सच्चे पातशाह मल जन्म जन्म दी कटिया। सच जे गुर फुरमाया क्यों हेतु बोलव हटिया। पुतरी कौल ना पालियो कर पीरव कन्न मुरटिया। दिल फुटै आखी फिरन बन भार उचाइन छटिया। जिन आखी सोई करे जिन कीती तिन खटिया। कौन हारे इन उवटिया। जिन आखी सोई करे जिन कीती तिन खटिया। कौन हारे
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰ ਹੋ ਕੇ ਚੱਲ ਰਹੇ ਉਸ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਸੋਹਣੇ ਪ੍ਰਕਾਸ਼ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਵਾਰ ਦਾ ਸੰਪੂਰਨ ਕੀਰਤਨ ਹਾਜ਼ਰ और अमृत रूपी पावन गुरबाणी राम कली सत्य बलवंती जो बार है इसकी विचार जड़ी है वो आरंभ हुई है। ਇਹਦੀਆਂ 8 ਪੌੜੀਆਂ ਸੱਤਾ ਕੇ ਬਲਵੰਡਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪੜ੍ਹਦੇ ਪ੍ਰਭਾਵੀ ਕੀਰਤਨੀਆਂ ਸਨ। ਦੁੱਧ ਪਵਿੱਤਰ ਹੁੰਦਾ ਹੈ, ਕਾਂਜੀ ਦੀ ਛਿੱਟ ਪੈ ਜਾਏ ਜੋ ਹੋਏ ਭਾਈ ਗੁਰਦਾਸ ਸਾਹਿਬ ਕਹਿੰਦੇ ਬਿਗੜਿਓ ਚਾਟਾ ਦੁੱਧ ਪਾ ਕਾਂਜੀ ਕੀ ਦੁੱਖ। ਕਾਂਜੀ ਦੀ ਛਿੱਟ ਪੈ ਜਾਏ ਉਹ ਬਿਗੜ ਜਾਂਦਾ। ਆਮ ਪੰਜਾਬੀ ਦੀ ਕਹਾਵਤ ਹੈ ਕਿ ਇਹ ਦੁੱਧ ਤੇ ਦੁੱਧ ਫਿੱਟ ਜਾਂਦੇ ਹੀ ਨਹੀਂ। ਮਹਾਰਾਜ ਕਿਰਪਾ ਰੱਖੇ ਕਿ ਹੁਣ ਬਾਬੇ ਕੀਰਤਨੇ ਹਨ, ਗੁਰੂ ਦਾ ਜਾਸ ਕਰਦੇ ਹਨ। ਸਮਾਂ ਆਇਆ ਇਹਨਾਂ ਦੇ ਲੜਕੀ ਦੀ ਸ਼ਾਦੀ ਦਾ ਸਮਾਗਮ ਸੀ। ਗੁਰੂ ਘਰ ਤੋਂ ਇਹਨਾਂ ਨੂੰ ਜਿੰਨਾ ਮਿਲਦਾ ਸੀ ਬਾਕੀ ਸਾਰੀ ਤਰ੍ਹਾਂ ਸਤਿਕਾਰ ਮਿਲਦਾ ਸੀ, ਕੋਈ ਕਮੀ ਪੇਸ਼ੀ ਨਹੀਂ ਸੀ। ਜਦੋਂ ਵਿਆਹ ਸਮਾਗਮ ਆਇਆ ਤੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਕੋਈ ਕੰਨਿਆ ਦਾ ਵਿਆਹ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਗੁਰੂ ਘਰ ਦੀ ਕੰਨਿਆ ਹੀ ਹੈ, ਗੁਰੂ ਘਰ ਦੇ ਸੇਵਾਦਾਰ ਹੈ, ਦੱਸੋ ਕੀ ਖਰਚਾ ਚਾਹੀਦਾ, ਉਹ ਖਰਚਾ ਮਿਲ ਜਾਏ। ਸਾਰਾ ਖਰਚਾ ਮੁਕੰਮਲ ਗੁਰੂ ਘਰ ਵੱਲੋਂ ਹੋ ਜਾਏ। ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ, ਅਮਾਵਸ ਤੇ ਜਿੰਨਾ ਚੜਾਵਾ ਚੜਿਆ ਉਹ ਸਾਨੂੰ ਤੁਸੀਂ ਬਖਸ਼ ਦਿਓ। ਮਹਾਰਾਜ ਕਹਿਣ ਲੱਗੇ ਤੁਸੀਂ ਇਸ ਗੱਲ ਕਿਉਂ ਕਹਿੰਦੇ ਆ ਕਿ ਚੜਾਵਾ ਸੰਗਤਾਂ ਦੀ ਆਮਦੋਰਾ ਨਾਲ ਹੀ ਹੈ। ਕਿਤੇ ਸੰਗਤ ਘੱਟ ਆ ਜਾਂਦੀ ਹੈ, ਕਿਤੇ ਵੱਧ ਆ ਜਾਂਦੀ ਹੈ। ਚੜਾਵੇ ਦਾ ਕੋਈ ਪੱਕਾ ਤਾਂ ਹੁੰਦਾ ਨਹੀਂ, ਇਤਨਾ ਹੀ ਆਏਗਾ ਜਾਂ ਤੁਹਾਡੀ ਇੱਛਾ ਦੇ ਮੁਤਾਬਕ ਮਿਲ ਜਾਏਗਾ। ਉਹ ਤਾਂ ਸੰਗਤ ਦੇ ਆਉਣ ਜਾਣ ਨਾਲ ਹੈ। ਇਹਦੇ ਵਿੱਚ ਮੌਸਮ ਦਾ ਵੀ ਪ੍ਰਭਾਵ ਪੈ ਜਾਂਦਾ ਹੈ। ਕਿਤੇ ਮੀਂਹ ਜ਼ਿਆਦਾ ਹੋ ਗਿਆ, ਹਨੇਰੀ ਆ ਗਈ ਜਾਂ ਹੋਰ ਕਈ ਕਾਰਨ ਹੁੰਦੇ ਆ, ਸੰਗਤ ਘੱਟ ਹੁੰਦੀ ਹੈ, ਫਿਰ ਉਹ ਚੜਾਵਾ ਵੀ ਹਟ ਜਾਂਦਾ ਹੈ। ਕੋਈ ਬਿਮਾਰੀ ਆ ਜਾਏ ਫਿਰ ਵੀ ਹੋ ਜਾਂਦਾ ਹੈ। ਆ ਪਿੱਛੇ ਜਿਵੇਂ ਕਰੋਨੇ ਦੀ ਬਿਮਾਰੀ ਸੀ,
ਸੰਗਤ ਬਿਲਕੁਲ ਹੀ ਬੰਦ ਹੋ ਗਈ ਸੀ ਤੇ ਚੜਾਵਾ ਬਹੁਤ ਘਟ ਗਿਆ ਸੀ। ਮੁਲਾਜ਼ਮਾਂ ਨੂੰ ਵੀ ਕਈ ਮਹੀਨੇ ਤਨਖਾਹਾਂ ਦੀ ਰੋਕ ਪੈ ਗਈ ਸੀ। ਇਸ ਤਰ੍ਹਾਂ ਵੀ ਕਈ ਕਾਰਨ ਬਣ ਜਾਂਦੇ ਹਨ ਕਿ ਤੁਸੀਂ ਇਸ ਗੱਲ ਵਿੱਚ ਨਾ ਆਓ ਕਿ ਗੁਰੂ ਘਰ ਵੱਲੋਂ ਸਾਰਾ ਕਾਰਜ ਹੋ ਜਾਵੇ, ਪਰ ਉਹਨਾਂ ਨੇ ਉਹ ਜਿਹਦੇ ਹੀ ਫੜ ਲਈ ਕਿ ਸਾਨੂੰ ਮਸੀਹਾ ਦਾ ਚੜਾਵਾ ਚਾਹੀਦਾ। ਮਹਾਰਾਜ ਕਹਿੰਦੇ ਚਲੋ ਤੁਹਾਡੀ ਮਰਜ਼ੀ ਹੈ, ਜੇ ਤੁਹਾਡਾ ਖਿਆਲ ਇਸ ਤਰ੍ਹਾਂ ਹੀ ਹੈ ਕਿ ਚੜਾਵਾ ਤੁਹਾਨੂੰ ਮਿਲ ਜਾਏਗਾ। ਮਹਾਰਾਜ ਦੀ ਐਸੀ ਕੋਈ ਕਲਾ ਹੋਈ, ਬਹੁਤ ਮੀਂਹ ਹਨੇਰੀ ਜਿਹਦੇ ਕਾਰਨ ਸੰਗਤਾਂ ਦੇ ਆਉਣ ਜਾਣਾ ਵਿਘਨ ਹੋ ਗਿਆ। ਸੰਗਤ ਆਈ ਨਾ, ਸੰਗਤ ਆਉਂਦੀ ਤੇ ਚੜਾਵਾ ਆਉਣਾ ਸੀ, ਜਦ ਸੰਗਤ ਇਹ ਨਾ ਆਈ ਤੇ ਚੜਾਵਾ ਕਿੱਥੋਂ ਮਿਲਣਾ ਸੀ। ਕਿ ਹੁਣ ਥਾਂ ਦੇਖਦੇ ਆ, ਇਹ ਨਹੀਂ ਜਾਣਿਆ ਵੀ ਕੁਦਰਤੀ ਐਸਾ ਹੋ ਗਿਆ ਕਿ ਸਗੋਂ ਗੁਰੂ ਘਰ ਦੇ ਉੱਤੇ ਗੁੱਸਾ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਜਾਣ ਕੇ ਸੰਗਤ ਰੋਕ ਦਿੱਤੀ, ਤਾਂ ਨਹੀਂ ਸੰਗਤ ਰੋਕ। ਮਹਾਰਾਜ ਕਹਿੰਦੇ ਵੀ ਤਾਂ ਦੇਖੋ ਪਰ ਤੱਖੇ ਹੀ ਹੈ, ਮੀਂਹ ਤੇ ਹਨੇਰੀ ਹੈ ਤਾਂ ਕਾਦਰ ਕੁਦਰਤ ਦੇ ਵਾਸਤੇ ਆ, ਇਹਦੇ ਵਿੱਚ ਤਾਂ ਕਿਸੇ ਦਾ ਐਸਾ ਹੈ ਨਹੀਂ। ਪਰ ਉਹ ਨਹੀਂ ਇਹ ਗੱਲ ਸਮਝ ਰਹੇ। ਬਹੁਤ ਸਮਝਾਇਆ ਮਹਾਰਾਜ ਕਹਿੰਦੇ ਕੋਈ ਨਹੀਂ, ਚੜਾਵਾ ਨਹੀਂ ਆਇਆ, ਤੁਹਾਡਾ ਕਾਰਜ ਸਾਰਾ ਗੁਰੂ ਕੀ ਸੰਗਤ ਸਿੱਧ ਕਰ ਦੇਵੇਗੀ, ਗੁਰੂ ਘਰ ਹੋ ਜਾਏਗਾ। ਇੱਧਰ ਆਉਣਾ ਹੀ ਨਾ, ਇਹ ਤਾਂ ਬਹੁਤ ਹੰਕਾਰ ਵਿੱਚ ਆ ਗਿਆ ਕਿ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ ਨੂੰ ਅਸੀਂ ਕੀਰਤਨ ਕਰਦੇ ਹਾਂ, ਸੰਗਤ ਆਉਂਦੀ ਹੈ, ਤਾਂ ਹੀ ਉਹਨਾਂ ਦੀ ਸ਼ੋਭਾ ਵਡਿਆਈ ਹੁੰਦੀ ਸੀ। ਫਿਰ ਗੁਰੂ ਅਮਰਦਾਸ ਜੀ ਦਾ ਵੀ ਕਹਿਣ ਲੱਗ ਪਿਆ, ਫਿਰ ਗੁਰੂ ਅੰਗਦ ਸਾਹਿਬ, ਫਿਰ ਗੁਰੂ ਨਾਨਕ ਸਾਹਿਬ ਦੇ ਵੀ ਸਾਡੇ ਬਜ਼ੁਰਗ ਹੀ ਮਰਦਾਨਾ ਜੀ ਕੀਰਤਨ ਕਰਦੇ ਸੀ, ਤਾਂ ਉਹਨਾਂ ਦਾ ਜਸ ਵਡਿਆਈ ਹੁੰਦੀ ਸੀ, ਸੰਗਤ ਆਉਂਦੀ ਸੀ, ਉਹਨਾਂ ਦਾ ਸਤਿਕਾਰ ਪਿਆਰ ਹੁੰਦਾ ਸੀ। ਬਹੁਤ ਨਿੰਦਿਆ ਕਰਨ ਲੱਗ ਪਿਆ। ਮਹਾਰਾਜ ਆਪਣੇ ਵੀ ਗੁਰੂ ਸਾਹਿਬ ਦੀ ਬਰਦਾਸ਼ਤ ਕਰਦੇ ਰਹੇ। ਜਦੋਂ ਫਿਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ, ਕਹਿੰਦੇ ਹੁਣ ਤਾਂ ਇਹ ਫਿੱਟ ਹੋਇਆ ਕਿ ਸਾਡੇ ਮੁੱਢ ਨੂੰ ਹੱਥ ਪਾ ਲਿਆ ਹੈ। ਜਦੋਂ ਬਚਨ ਨਿਕਲ ਗਿਆ, ਉਹਨਾਂ ਦਾ ਸਰੀਰ ਜਿਹੜੇ ਸੁਣਦੇ ਫਿੱਟ ਗਿਆ, ਆਪ ਕੋੜ ਹੋ ਗਏ। ਤੇ ਨਾਲ ਮਹਾਰਾਜ ਨੇ ਬਚਨ ਇਹ ਵੀ ਕਰ ਦਿੱਤਾ ਕਿ ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ, ਇਹਨਾਂ ਨੂੰ ਬਖਸ਼ਾਉਣ ਆਏਗਾ ਨਾ, ਉਹਦਾ ਮੂੰਹ ਕਾਲਾ ਕਰਕੇ ਪੋਤੇ ਦੇ ਬਹਾਲ ਕੇ ਸਾਰੇ ਗੇੜਾ ਦਿੱਤਾ ਜਾਏਗਾ। ਭਾਵ ਕੋਈ ਇਹਨਾਂ ਦੀ ਸਿਫਾਰਿਸ਼ ਨਾ ਕਰੇ। ਇੱਥੇ ਤੱਕ ਅਸੀਂ ਕੀਰਤਨ ਕਰਦੇ ਹਾਂ, ਜਿਹੜੇ ਮਰਜ਼ੀ ਸੋਢੀ ਨੂੰ ਜਾਂ ਬੇਦੀ ਨੂੰ, ਤਰੇਣ ਨੂੰ, ਭੱਲੇ ਨੂੰ ਗੁਰੂ ਬਣਾ ਦੇਣ,
ਇਹ ਤਾਂ ਸਾਡੇ ਵਸੇ ਹੀ ਆ ਨਾ ਗੁਰੂ ਬਣਾਉਣਾ। ਤੇ ਹੁਣ ਜਿੰਨੀ ਕੁ ਮਾਇਆ ਹੈਗੀ ਸੀ ਉਹ ਸਭ ਸਿਖਾ ਦੇ ਮੁੱਕ ਗਈ, ਤੇ ਨਵਾਂ ਤੇਰੇ ਪਾਸ ਆ ਨਹੀਂ ਰਿਹਾ। ਸੰਗਤ ਅੱਗੇ ਤਾਂ ਰਾਗੀ ਸਮਝ ਕੇ ਸਤਿਕਾਰ ਕਰਦੀ ਸੀ। ਜਦੋਂ ਗੁਰੂ ਘਰ ਵੱਲੋਂ ਗੁਰਬਾਬੇ ਫਿੱਟ ਕੇ ਸੇ ਫਿੱਟੇ ਗੁਰੂ ਅੰਗਦ ਕੀਤੇ ਪੂਰਿਆਰੇ ਵਾਲੀ ਗੱਲ ਹੁੰਦੀ। ਤੇ ਹੁਣ ਕਿਸੇ ਪਾਸੋਂ ਕੁਝ ਮਿਲਦਾ ਨਹੀਂ। ਰੋਟੀ ਤੋਂ ਵੀ ਆਤਰ ਹੋ ਗਿਆ, ਦੁਖੀ ਹੋ ਗਈ। ਹੁਣ ਜੁਲਕਦੇ ਫਿਰਦੇ ਆ, ਕੋਈ ਗੱਲ ਨਹੀਂ ਲਾਉਂਦਾ। ਬਹੁਤ ਔਖੇ ਹੋ ਗਏ। ਹੁਣ ਵਿਆਹ ਤਾਂ ਕੀ ਕਰਨਾ ਸੀ, ਖਰਚਾ ਕੀ ਕਰਨਾ ਸੀ। ਹੁਣ ਤਾਂ ਆਪਣੇ ਉਪਜੀਵਕਾ ਦਾ ਵੀ ਸੰਸਾ ਬਣ ਗਿਆ। ਤਾਂ ਦੁਰਕਾਰੇ ਜਾ ਰਹੇ ਕਿ ਹੁਣ ਕਿਵੇਂ ਹੋ ਗਏ। ਗਲਤੀ ਤਾਂ ਬਹੁਤ ਵੱਡੀ ਕਰ ਲਈ। ਬਹੁਤ ਵੱਡੀ ਗਲਤੀ ਹੋ ਗਈ। ਫਿਰ ਇਹ ਲੱਦੇ ਪਰਉਪਕਾਰੀ ਦੀ ਵਡਿਆਈ ਸੁਣੀ ਕਿ ਲਾਹੌਰ ਦੇ ਵਿੱਚ ਇੱਕ ਗੁਰਸਿੱਖ ਲੱਦਾ ਪਰਉਪਕਾਰੀ ਹੈ, ਉਹ ਹੁਣ ਬਖਸ਼ਾ ਸਕਦਾ, ਹੋਰ ਨਹੀਂ। ਇਹ ਫਿਰ ਭਾਈ ਲੱਦਾ ਜੀ ਕੋਲ ਚਲੇ ਗਏ। ਜਦੋਂ ਉੱਥੇ ਗਏ ਜਾ ਕੇ ਉਹਨਾਂ ਨੂੰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਤੇ ਮਹਾਰਾਜ ਦਾ ਦਿਆਲੂ ਸੀ, ਬਖਸ਼ਿਸ਼ ਕਰਦੇ ਰਹੇ। ਸਾਡੇ ਮਾੜੇ ਕਰਮ ਆ ਗਏ, ਅਸੀਂ ਹੁੰਮੇ ਹੰਕਾਰ ਤੇ ਸਾਡੇ ਕੀਰਤਨ ਦੇ ਪ੍ਰਭਾਵ ਨਾਲ ਸੰਗਤ ਆਉਂਦੀ ਹੈ ਕਿ ਤਾਂ ਗੁਰੂ ਦਾ ਸਤਿਕਾਰ ਪਿਆਰ ਬਣਿਆ ਹੋਇਆ। ਕਿ ਅਸੀਂ ਜਿਹੜੇ ਮਰਜ਼ੀ ਛੋਟੀ ਨੂੰ ਬੇਦੀ ਭਲੇ ਤ੍ਰਿਣ ਗੁਰੂ ਬਣਾ ਦੇਵਾਂਗੇ। ਪਹਿਲਾਂ ਵੀ ਸਾਡੇ ਬਜ਼ੁਰਗ ਕੀਰਤਨ ਕਰਦੇ ਸੀ, ਤਾਂ ਹੀ ਸੰਗਤਾਂ ਆਉਂਦੀਆਂ ਸੀ ਅਤੇ ਗੁਰੂਆਂ ਦਾ ਸਤਿਕਾਰ ਪਿਆਰ ਵੀ ਤਾਂ ਹੀ ਹੁੰਦਾ ਸੀ। ਅਸੀਂ ਨਿੰਦਿਆ ਕਰਨ ਲੱਗ ਪਏ। ਗੁਰੂ ਮਹਾਰਾਜ ਚੌਂ ਗੁਰੂਆਂ ਦੀ ਤਾਂ ਬਰਦਾਸ਼ਤ ਕਰ ਗਏ ਤੇ ਜ਼ਿਲ੍ਹੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਬੋਲੇ ਤੇ ਮਹਾਰਾਜ ਨੇ ਤਾਂ ਫਿੱਟ ਗਏ। ਇਹ ਨਹੀਂ ਹੁਣ ਸਾਡੇ ਮੁੰਡ ਨੂੰ ਨੱਥ ਪਾ ਲਿਆ। ਕਿਆ ਸਾਡੇ ਸਿਰ ਕੋੜੀ ਹੋ ਗਏ। ਕਿਆ ਸਜ਼ਾ ਰੱਖਦੀ ਹੈ ਜਿਹੜਾ ਇਹਨੂੰ ਬਖਸ਼ਾਉਣ ਆਏਗਾ, ਮੂੰਹ ਕਾਲਾ ਕਰਕੇ ਪੋਤੇ ਦੇ ਵਹਾਲ ਕੇ ਗੇੜਾ ਦਿੱਤਾ ਜਾਏਗਾ ਸ਼ਹਿਰ ਤੋਂ। ਇਹ ਹੁਣ ਡਰਦਾ ਕੋਈ ਬਾਂਹ ਨਹੀਂ ਫੜਦਾ। ਇੱਥੇ ਤਾਂ ਸਾਨੂੰ ਆਪਣੀ ਵਿਦਿਆ ਦਾ ਹੰਕਾਰ ਸੀ, ਇੱਥੇ ਹੁਣ ਸਾਨੂੰ ਕੋਈ ਮੂੰਹ ਨਹੀਂ ਲਾਉਂਦਾ। ਲੜਕੀ ਦਾ ਵਿਆਹ ਤਾਂ ਕੀ ਕਰਨਾ, ਹੁਣ ਆਪ ਨੂੰ ਹੋ ਜਾਂਦਾ ਫਿਕਰ ਪੈ ਗਿਆ। ਹੰਕਾਰ ਇਹੋ ਜਿਹੀ ਚੀਜ਼ ਹੈ, ਹਰ ਜੀ ਹੰਕਾਰ ਨਾਲ ਭਾਵੇ ਉਹਨੂੰ ਪਾਉਂਦਾ ਨਹੀਂ। ਵੇਦ ਰੂਪ ਸੁਣਾਇਆ, ਵੇਦ ਵੀ ਦੱਸਦੇ ਆ, ਗ੍ਰੰਥਾਂ 'ਚ ਵੀ ਲਿਖਿਆ ਹੋਇਆ। ਸੰਤ ਮਹਾਂਪੁਰਖ ਜੀ ਦੱਸਦੇ ਆ, ਸੰਗਤ ਵੀ ਦੱਸਦੀ ਆ। ਪਰ ਜਦੋਂ ਪਾਰਾ ਚੜ੍ਹ ਜਾਂਦਾ ਨਾ, ਉਦੋਂ ਗੁਰਸੁਰਤੀ ਵਿਅਕਤੀ ਕਾਇਮ ਨਹੀਂ ਰਹਿੰਦੀ। ਫਿਰ ਬੋਲਣ ਲੱਗਾ ਵੀ ਹੁਣ ਜ਼ਰੂਰ ਦੇਦਾ ਨਹੀਂ ਕਿ ਜਿਹਦੇ ਆਸਰੇ ਸਾਨੂੰ ਸਾਰਾ ਕੁਛ ਮਿਲ ਰਿਹਾ, ਉਹਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਚਾਕਰ ਗਈ ਹੈ ਖਸਮ ਕਾ ਸੋਹੇ ਪੁੱਤਰ ਦੇ। ਜਿਹੜਾ ਚਾਕਰ ਨੌਕਰਿਆ ਮਾਲਕ ਦੇ ਪੁੱਤਰ ਦੇਵੇਗਾ ਨਾ,
वो अपने बजो तनख्वाह गवा लेगा, मिलेगा वो हालत बनी है। ਹੁਣ ਲੋਕਾਂ ਨੂੰ ਪੁੱਛਦੇ ਆ, ਕਹਿੰਦੇ ਭਾਈ ਹੋਰ ਤਾਂ ਹੋਈ ਨਹੀਂ। ਭਾਈ ਲੱਦਾ ਜੀ ਪਰਉਪਕਾਰੀ ਹੈ, ਉਹ ਤੁਹਾਨੂੰ ਬਖਸ਼ਾ ਸਕਦੇ, ਹੋਰ ਨਹੀਂ ਕੋਈ। ਇਹ ਫਿਰ ਬਸ ਹੁਣ ਘੁੰਮ ਘੁਮਾ ਕੇ ਕਿਤੇ ਢੋਈ ਨਹੀਂ ਮਿਲਦੀ। संत का दुखी महा हत्यारा, संत का दुखी परमेश्वर मानो, संत का दुखी राज ते हीन, संत का दुखी दुखिया अर्ध। ये सुखमनी साहब के दसिया चाहते। जो 800 तीर्थ नाम है, जो कूट तड़ा दे भावै, करे निंद ਇਹ ਸ਼ਬਦ ਵਿੱਚ ਗੂੰਡ ਰਾਗ 'ਚ ਦੱਸਿਆ ਵੀ ਫਲਾਨਾ ਫਲਾਨਾ ਕੰਮ ਵੀ ਕਰਦਾ। ਨਿੰਦਿਆ ਕਰਨਾ ਸਾਰਾ ਹੀ ਮਿੱਟੀ ਹੋ ਜਾਂਦਾ, ਖੇ ਵਿੱਚ ਮਿਲ ਜਾਂਦਾ। ਇਹ ਨਿੰਦਿਆ ਐਸੀ ਭੈੜੀ ਚੀਜ਼ ਹੈ। ਕਹਿੰਦੇ ਮਦਰਾ ਦਸਤਾ ਸਤਿਗੁਰ 10 ਗ੍ਰੰਥ ਸੀ। ਇਹ ਸ਼ਰਾਬ ਜਿਸ ਘਰ 'ਚ ਆ ਜਾਏ ਨਾ, ਉਹਦੀਆਂ 7 ਪੀੜ੍ਹੀਆਂ ਬਰਬਾਦ ਹੋ ਜਾਂਦੀਆਂ। ਭੰਗ ਦਾ ਇਹ ਤਾਂ ਨਹੀਂ, ਜਿਹੜੀ ਭੰਗ ਹੈ ਭੰਗੜ ਬਣ ਜਾਏ ਤੇ ਇੱਕ ਸਰੀਰ ਦਾ ਨਾਸ਼ ਕਰਦੀ ਹੈ। ਔਰ ਜਗਤ ਜੂੜ ਸਤਿਗੁਰ, ਇਹ ਜਗਤ ਜੂਠ ਜਿਹਨੂੰ ਤੰਬਾਕੂ ਹੈ, ਇਹ 100 ਗੁਣ ਨਾਸ਼ ਕਰਦੀ ਹੈ। ਅੱਗੇ ਆ ਪ੍ਰਧਾਨ ਮੰਤਰੀ ਕਰਿਆ ਜਾਏ ਅਟਲ ਬਿਹਾਰੀ ਵਾਜਪੇਈ, ਉਹ ਕਹਿੰਦੇ ਸਾਡੇ ਪਰਿਵਾਰ 'ਚ ਤੰਬਾਕੂ ਸੀ, ਬਾਕੀ ਪੀਂਦੇ ਸੀ ਸਾਰੇ, ਕੈਂਸਰ ਹੋ ਮਰ ਗਏ, ਇੱਕ ਮੈਂ ਨਹੀਂ ਸੀ ਪੀਂਦਾ, ਮੈਂ ਹੀ ਬਚਿਆ। ਤੇ ਉਹਨਾਂ ਨੇ ਬਚਨ ਕੀਤਾ। ਜਗਤ ਝੂਠ, ਜਗਤ ਝੂਠ ਕਿਹਾ, ਉਹ ਕਾਇਆ ਹੁੰਦਾ, ਹਰੇਕ ਦੇ ਮੂੰਹ ਤੋਂ ਸੋੜ ਲੈਂਦਾ, ਉਹਦੇ ਨਾਲ ਕੀ। ਸਿਰ ਟਾਲੇ ਵੀ ਉਹਦੇ ਨਾਲ ਮੂੰਹ ਮੰਦਾ ਕੇ ਕਰਨ। ਸਭ ਤੋਂ ਕੋਲ ਜਗਤ ਝੂਠ, 100 ਗੁਣ ਤੰਬਾਕੂ, ਕਨਕ ਤੰਬਾਕੂ ਸੇਵੀਐ, ਦੇਵ ਪਿੱਤਰ ਛੱਡ ਜਾਏ, ਪਾਣੀ ਤਾਂ ਕੇ ਹਾਥ ਕਾ, ਮਦਰਾ ਸਮ ਹੋ ਜਾ। ਕਹਿੰਦੇ ਥੋੜ੍ਹਾ ਮਤ ਵੀ ਤੰਬਾਕੂ ਪੀਣਾ ਨਾ, ਐਡੀ ਭ੍ਰਿਸ਼ਟੀ ਉਹ ਬੂਟੀ ਹੈ, ਦੇਵਤੇ ਵੀ ਪਿੱਤਰ ਵੀ ਸਭ ਨੂੰ ਛੱਡ ਜਾਂਦੇ। ਇਹ ਤੰਬਾਕੂ ਪੀਣ ਵਾਲੇ ਦੇ ਹੱਥ ਦਾ ਜਿਹੜਾ ਪਾਣੀ ਹੈ ਨਾ, ਉਹ ਸ਼ਰਾਬ ਦੇ ਬਰਾਬਰ ਬਣ ਜਾਂਦਾ। ਵਰ ਪਾਣੀ ਹੈ ਪਿੱਪਰ ਕੋ ਦਹਿ ਦਾਨ ਜੇ ਹੋਏ, ਦਾਤਾ ਨਰਕ ਬਾਸ ਲੈ ਪਿੱਪਰ ਸੁਪਰ ਕਰੋ। ਜਿਹੜਾ ਕਹਿੰਦੇ ਤੰਬਾਕੂ ਪੀਣ ਵਾਲੇ ਨੂੰ ਦਾਨ ਦਿੰਦਾ, ਉਹ ਦਾਤਾ ਸਿੱਧਾ ਨਰਕਾਂ ਨੂੰ ਜਾਂਦਾ। ਕਹਿੰਦੇ ਜਿਹੜਾ ਦਾਨ ਲੈਂਦਾ, ਉਹ ਦਾਨ ਦੇਣ ਵਾਲਾ ਚਲ ਗਿਆ ਤੰਬਾਕੂ ਵਾਲੇ ਨਰਕ ਨੂੰ, ਤੇ ਜੇ ਤੰਬਾਕੂ ਪੀਣੇ ਨੇ ਦਾਨ ਲੈ ਲਿਆ, ਕਹਿੰਦੇ ਉਹ ਸ਼ਹਿਰ ਦਾ ਸੂਰ ਬਣ ਕੇ ਤੇ ਗੰਦ ਖਾਂਦਾ। ਐਡੀ ਭੈੜੀ ਚੀਜ਼ ਤਾਂ ਲੋਕ ਵੈਸੇ ਪੱਕੇ ਲਾ ਰਹੇ। ਮਹਾਰਾਜ ਕਹਿੰਦੇ ਜੀ ਪਾਨ ਸੁਪਾਰੀ, ਪਾਨ ਸੁਪਾਰੀ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ,
ਜਮ ਪਕੜ ਜਮ ਪਕੜ ਚਲਾਈ ਚਲਾਈ। ਪਾਨ ਹੈ, ਸੁਪਾਰੀ ਚੂਨਾ ਰਲਾ ਲੈਂਦੇ, ਬੀੜਾ ਬਣਾ ਲੈਣ ਤੰਬਾਕੂ ਪਾ ਕੇ। ਹੁਣ ਬੀੜਾ ਲਾਉਣਾ ਕਹਿੰਦੇ ਫਿਰ ਥੁੱਕੀ ਜਾਂਦੇ ਘੜੀ ਘੜੀ, ਜਿੱਥੇ ਜਾਣਾ ਗੰਦ ਪਾਈ ਜਾਂਦੇ, ਰਾਹ ਵੀ ਗੰਦੇ ਕਰੀ ਜਾਂਦੇ। ਹਰ ਹਰ ਕਦੇ ਨਾ ਚੇਤਿਓ, ਪਰਮੇਸ਼ਰ ਦੇ ਨਾਮ ਨੂੰ ਤੇ ਲੋਕ ਚੇਤੇ ਕਦੀ ਕਰਦੇ ਹੀ ਨਹੀਂ। ਜਮ ਪਕੜ ਚਲਾਣੀ, ਜਮਦੂਤ ਨੂੰ ਫੜ ਕੇ ਨਰਕਾਂ ਨੂੰ ਲਿਆਉਂਦੇ। ਅੱਜ ਤਾਂ ਹੁਣ ਦੇਖ ਲਓ ਨਸ਼ਿਆਂ ਦੇ ਦਰਿਆ ਵਗ ਰਹੇ ਆ। ਬੁਰੇ ਦਰਿਆ ਤੋਂ ਜਾਂ ਗੰਦੇ ਹੋਏ ਜਾਂ ਸੁੱਕਣ ਕਿਨਾਰੇ ਹੋਏ ਹੋਏ। ਇਹ ਨਸ਼ਿਆਂ ਦਾ ਚੱਲ ਰਿਹਾ ਦੌਰ ਬਹੁਤ। ਕੋਈ ਬਿਰਲਾ ਭਾਗਾਂ ਵਾਲਾ ਘਰ ਬਚਿਆ ਹੈ, ਨਹੀਂ ਤਾਂ ਇਹ ਚੱਲੇ ਆ ਰਿਹਾ। ਸੋ ਇਸ ਵਾਸਤੇ ਮਦਰਾ ਦੇਤਾ ਸਤਿਗੁਰ ਭੰਗਦੇ ਹੈ ਏਕ, ਸਬਤ ਕੁਲ ਜਗਤ ਝੂਠ, 100 ਕੁਲ ਜਗਤ ਝੂਠ ਤੰਬਾਕੂ ਵਾਲੇ ਨਸ਼ਟ ਹੁੰਦੀ। ਐਸੇ ਭੈੜੇ ਰੋਗ ਲੱਗ ਜਾਂਦੇ, ਦਮਾਂ ਦੇ ਖੂੰ ਖੂੰ ਕਰੀ ਜਾਣਗੇ ਹਰ ਵੇਲੇ। ਐਸਾ ਤਾਂ ਸਰਕਾਰਾਂ ਨੇ ਵੀ ਬੜੀਆਂ ਪਾਬੰਦੀਆਂ ਲਾਈਆਂ ਸਾਰੀਆਂ ਜਗ੍ਹਾ 'ਚ, ਦਫ਼ਤਰਾਂ 'ਚ, ਜਹਾਜ਼ਾਂ 'ਚ। ਅੱਗੇ ਪਿੱਛੇ ਜਗ੍ਹਾ ਵੀ ਪੀ ਲੈਂਦੇ ਹੁੰਦੇ ਸੀ, ਉੱਥੇ ਹੁਣ ਬਿਲਕੁਲ ਹੀ ਬੰਦ। ਬਰਾਤਾਂ ਬਹੁਤ ਪਾਬੰਦੀਆਂ। ਜੋ ਮਹਾਰਾਜ ਨੇ ਬਚਨ ਕਹੇ ਸੀ ਲੋਕਾਂ ਨੂੰ ਥੋੜ੍ਹੇ ਸਮਝ ਆ ਰਹੇ ਹਨ, ਹੁਣ ਪਾਬੰਦੀਆਂ ਲਾ ਰਹੇ ਹਨ। ਤੇ ਅੱਗੇ ਆ ਗਿਆ ਫਿਰ ਨਿੰਦਿਆ, ਤੇ ਨਿੰਦਿਆ ਕਰਨ ਵਾਲੀਆਂ ਕਿੰਨੀਆਂ ਨਾ ਸੁਣੀਆਂ ਗੱਲਾਂ। ਕਹਿੰਦੇ ਨਿੰਦਿਆ ਦਹੇ ਅਨੇਕ, ਨਿੰਦਿਆ ਕਰਨ ਵਾਲੀਆਂ ਅਨੇਕਾਂ ਹੀ ਗੁਲਾਂ ਨਾਸ ਹੋ ਜਾਂਦੇ। ਜਿਹੜੇ ਨਿੰਦਿਆ ਵੀ ਇੱਕ ਤਾਂ ਹੈ ਨਾ ਜਨਰਲ ਵਿਅਕਤੀ ਦੀ ਨਿੰਦਿਆ, ਜਿਹੜੇ ਗੁਰੂ ਘਰ ਤੋਂ ਟੁਕੜੇ ਖਾਂਦੇ ਆ ਉਸੇ ਘਰ ਦੀ ਨਿੰਦਿਆ ਕਰਨ ਲੱਗ ਪਏ। ਮਹਾਰਾਜ ਕਹਿੰਦੇ ਨਿੰਦਾ ਕਰੇ ਕਿਸੇ ਕੀ ਨਾ, ਮਨਮੁਖ ਮੁਗਧ ਕਰਾਂ। ਮਨਮੁਖ ਬੰਦੇ ਜਿਹੜੇ ਮੁਗਧ, ਜਿਨ੍ਹਾਂ ਦੀ ਮੂਰਖਾਂ ਦੀ ਖੁੱਤੇ ਵਿਅਕਤੀ, ਕੁੱਤਿਆਂ ਦਾ ਨਾ ਟਿੱਟਣੇ ਮਾਰਨਾ, ਚਰਸਤੇ ਹੀ ਪੁੱਠੇ ਲਟਕੇ ਫੇਰ ਪਾਈ ਜਾਂਦੇ। ਇਹਨਾਂ ਦਾ ਕੰਮ ਵੀ ਇਹ। ਐਸੀ ਵਿਅਕਤੀ ਨਿੰਦਿਆ ਦਾ ਇਹ ਅਨੇਕ, ਨਿੰਦਿਆ ਕਰਨ ਵਾਲੀਆਂ ਅਨੇਕਾਂ ਕੁੱਲਾਂ ਨਸ਼ਟ ਹੁੰਦੀਆਂ। ਉਹ ਸ਼ੇਸ਼ਪਾਲ ਨਿੰਦਿਆ ਬਹੁਤ ਕਰਦਾ ਸੀ ਨਾ। ਉਹਦੀ ਮਾਂ ਕ੍ਰਿਸ਼ਨਾ ਕਹਿੰਦੇ ਮਾਰਾ ਬਖਸ਼ ਦਿਓ, ਕਹਿੰਦੇ 100 ਤੰਬਾਕੂ ਨੇ ਉੱਪਰ ਗਿਆ। ਫਿਰ ਉਦੋਂ ਫਿਰ ਟਿਕਦਾ ਹੀ ਨਾ। ਸਾਰੀ ਕਥਾ 10 ਗ੍ਰੰਥ ਵੀ ਲਿਖੀ ਹੋਈ, ਫਿਰ ਇਹਨੂੰ ਇਹਦੇ ਕਰਮ ਦਾ ਫਲ ਭੁਗਤਾ। ਇੱਕ ਵਿਸ਼ਵ ਨਿੰਦਕ ਹੁੰਦਾ ਕਿ ਉਹਨੂੰ ਬਖਸ਼ਦਾ ਹੀ ਨਹੀਂ। ਲਾਜ਼ਮੀ ਕਹਿੰਦੇ ਮਹਾਰਾਜ ਇਹਨੂੰ ਤਾਂ ਬਖਸ਼ਦਾ ਹੋ, ਕਹਿੰਦੇ ਇਹ ਨਹੀਂ ਬਖਸ਼ਦਾ ਕੋਈ ਐਸਾ ਨਿੰਦਕ। ਕਹਿੰਦੇ ਹੀ ਪ੍ਰਮਾਣ, ਕਹਿੰਦੇ ਦਿਖਾਲ ਦਿੰਦੇ। ਇੰਦਰ ਨੂੰ ਕਿਹਾ ਇਹਨੂੰ ਤੂੰ ਸਵਰਗ ਵਿੱਚ ਲੈ ਜਾ, ਇੰਨੀ ਸੇਵਾ ਕਰਨੀ, ਕੋਈ ਮੌਕਾ ਦੇਣਾ ਨਹੀਂ ਕਿ ਇਹ ਨਿੰਦਿਆ ਕਰ ਸਕੇ, ਕੋਈ ਤਰੁਟੀ ਦੇਖ ਸਕੇ। ਫਿਰ 2 ਸਾਲ ਇਹਨੂੰ ਉੱਥੇ ਰੱਖਣਾ ਸਵਰਗ ਦੇ ਵਿੱਚ, ਉਹਨੂੰ ਸਵਰਗ 'ਚ ਲੈ ਗਏ। ਭਗਵਾਨ ਵਿਸ਼ਨੂੰ ਦਾ ਹੁਕਮ ਸੀ, ਸੇਵਾ ਬਹੁਤ ਕੀਤੀ, ਖਾਣ ਨੂੰ ਵੀ ਚੰਗਾ, ਪਹਿਨਣ ਨੂੰ ਵੀ ਚੰਗਾ,
ਮਨ ਪਰਚਾਵੇ ਲਈ ਵੀ ਬਹੁਤ ਸੋਹਣੇ ਸਾਧਨ ਉਹਨੇ ਬਣਾਏ। ਸਵਰਗ 'ਚ ਕਿਹੜੀ ਕਮੀ ਹੁੰਦੀ ਹੈ? ਵੱਡਿਆਂ ਲੋਕਾਂ ਨੂੰ ਤਾਂ ਇੱਥੇ ਵੀ ਕਮੀ ਨਹੀਂ। ਉਹ ਸਵਰਗ ਸੀ। ਇਹਦਾ ਹੁਣ ਚਿੱਤ ਉੱਥੇ ਕਿੱਥੇ ਲੱਗੇ? ਹੁੰਡ ਪਾਰਟੀ 'ਚ ਬਹਿ ਕੇ ਹਰ ਵੇਲੇ ਦੰਦ ਘਸਾਈ ਕਰਨੀ ਹੁੰਦੀ ਸੀ, ਨਿੰਦਿਆ ਕਰਨੀ। ਪਰ ਹੁਕਮ ਸੀ ਕਿ ਇਹਨੂੰ 2 ਸਾਲ ਆਉਣ ਨਹੀਂ ਦੇਣਾ। ਔਖਾ ਬਹੁਤ ਕਿ ਜਿਹਨੂੰ ਭੁੱਸ ਪੈ ਜਾਏ ਨਾ, ਆ ਕਈਆਂ ਨੂੰ ਮਿੱਟੀ ਖਾਣ ਦਾ ਭੁੱਸ ਪੈ ਜਾਂਦਾ, ਮਿੱਟੀ ਖਾਈ ਜਾਂਦੇ। ਆ ਕਈਆਂ ਨੂੰ ਨਹਿ ਖਾਣ ਦਾ ਭੁੱਸ ਪਿਆ, ਉਹ ਨਹਿ ਖਾਈ ਜਾਂਦੇ। ਪੜ੍ਹੇ ਲਿਖੇ ਚੰਗੇ ਚੰਗੇ। ਇੱਕ ਸਾਡੇ ਕੋਲ ਥਾਣੇਦਾਰ ਆਉਂਦਾ ਹੁੰਦਾ ਸੀ, ਮੈਂ ਕਿਹਾ ਕਿ ਉਹ ਨਹਿ ਉਹ ਖਾਈ ਜਾਣੀ, ਅਫਸਰ ਸੀਗਾ। ਪਰ ਉਹ ਸੁਭਾਅ ਬਣ ਗਿਆ, ਜਿਵੇਂ ਬੌਲਾਂ ਨੂੰ ਰੱਸਾ ਚੱਪਣ ਦੀ ਆਦਤ ਹੈ ਨਹੀਂ, ਉਹ 'ਚੋਂ ਕੋਫਤਾ ਮਿਟਣੀ। ਕਿ ਅੰਗੂਠਾ ਜਿਹਾ ਚੁੰਗੀ ਜਾਣਗੇ, ਉਂਗਲੀ ਜਿਹੀ ਮਰੋੜ ਕੇ, ਉਹ 'ਚੋਂ ਦੁੱਧ ਥੋੜ੍ਹੀ ਨਿਕਲਦਾ। ਸੁਭਾਅ ਬਣ ਗਿਆ ਕਿ ਨਿੰਦਿਆ ਦਾ ਵੀ ਜਿਹਨਾਂ ਨੂੰ ਸੁਭਾਅ ਪੈ ਜਾਏ, ਇਹਦੇ 'ਚ ਮਿਲਣਾ ਤਾਂ ਕੁਛ ਨਹੀਂ। ਜਿਹੜੇ ਪੁੰਨ ਉਹ ਨਾਸ ਹੋ ਜਾਂਦੇ। ਬਹੁਤ ਸੇਵਾ ਕੀਤੀ, ਕਿਸੇ ਤਰ੍ਹਾਂ ਕੋਈ ਐਸਾ ਮੌਕਾ ਨਹੀਂ ਇਹਨੂੰ ਨਿੰਦਿਆ ਕਰਨ ਲਈ ਕੋਈ ਟਾਈਮ ਮਿਲ ਜਾਏ। ਹੁਣ ਇਹੋ ਜਿਹੇ ਜਿਹੜੇ ਬੰਦੇ ਆ, ਉਹਨਾਂ ਦਾ ਦਿਲ ਉੱਥੇ ਕਿਤੇ ਸਵਰਗ ਲੱਗੇ। ਕਾਂ ਨੇ ਗੰਦ ਫਰੋਲਣਾ ਅਤੇ ਹੰਸਾਂ ਵਿੱਚ ਕਿਵੇਂ ਹੋਇਆ? ਉਹ ਇੱਕ ਵਾਰੀ ਕਾਂ ਨੇ ਹੰਸ ਨਾਲ ਜਰਾਨਾ ਲਾ ਲਿਆ। ਉਹ ਹੁਣ ਮਨ ਸਰੋਵਰ ਦੇ ਉੱਤੇ ਮੋਤੀ ਦੀ, ਇਹਦਾ ਉੱਥੇ ਦਿਲ ਕਿੱਥੇ ਲੱਗੇ? ਕਹਿੰਦਾ ਮਹਾਰਾਜ ਚਲੋ ਸਾਡੇ ਦੇਸ਼ ਮੈਂ ਤੁਹਾਨੂੰ ਆਪਣਾ ਵੀ ਦਿਖਾ ਦਾਂ। ਉਹਨੂੰ ਲੈ ਆਇਆ ਵਿਚਾਰੇ ਨੂੰ। ਹੰਸ ਭੋਲਾ ਜਾਨਵਰ ਹੈ, ਇਹ ਚਲਾਕ ਬਹੁਤ ਹੈ। ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ, ਜਿੰਦੇ ਕਿ ਚਲਾਕ ਬੜੇ ਹੁੰਦੇ, ਇਹ ਖਤਰੀ ਬੜੀ ਹੁੰਦੀ ਨਾ। ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਬੜੀਆਂ ਲੱਛੇਦਾਰ ਕਰਦੇ ਆ, ਆਪਣੇ ਆਪ ਬੜੇ ਗਿਆਨੀ ਧਿਆਨੀ ਚੱਲੇ ਕਰਨਗੇ। ਦੂਏ ਨੂੰ ਨੀਵਾਂ ਦਿਖਾਉਣਾ, ਆਪਣੇ ਆਪ ਨੂੰ ਬਹੁਤ आप उसको धीरे कर जाने और उनको लग बात ये हालत होती है। वो हूँ चल पाया हंस जड़ा 4 गोह की एक अडारी ला सकता, एडी शक्ति मारन रखी हो। ये हूँ खान वाला जिथे गंद देखे रूढ़ी उत्थे जा लेना, ये लै आया जिथे रूढ़ियाँ उत्थे वो कहता भी बदबू बड़ी आती, शैतान बड़ा ना, कहते नहीं जी मेरा घर का अगे है, इन्हूं उत्थे गंद फूकण होती। चलाकी दे नाल फिर मेरा पढ़दा यार ना हो गया, अगे लै गए। अगे राजा राणी किते पैर वास्ते गए, छाया सोहनी सी, उत्थे मन में चलो सोहनी सुगंधी आ रही है, फुल्ल फुलवाड़ी कुदरती है, थोड़ा रेस्ट कर ली। उत्थे आके बह गया, जिले बैठे जड़ा ਕਾਂ आ चंगा काम तैन करना ही नहीं, निंदक का भी यही हल है। ਉਹਦੇ ਮੂੰਹ ਚੰਗੀ ਗੱਲ ਤਾਂ ਨਿਕਲਣੀ, ਹਰ ਵੇਲੇ ਪੁੱਠੀ ਗੱਲ ਹੀ ਕਰਨੀ। ਉਹ ਹੁਣ ਉੱਥੇ ਲਿਖੇ ਹੋ ਸੀਗੇ ਅਤੇ ਕਾਂ ਨੇ ਉੱਤੇ ਵੇਟ ਕਰ ਦਿੱਤੀ। ਤੇ ਰਾਜੇ ਨੇ ਕਿਹਾ ਪਹਿਰੇਦਾਰਾਂ ਨੂੰ, ਤੁਸੀਂ ਕੀ ਕਰਦੇ? ਇਹ ਕਾਂ ਨੇ ਅੜਾਇਆ, ਕਹਿੰਦੇ ਮਹਾਰਾਜ ਹੁਣ ਕਿਹੜਾ ਪਤਾ ਨਿੰਦਾ ਦੇ ਕੇ ਆਉਣਾ, ਪੰਛੀ ਆ ਗਿਆ। ਉਹਨੇ ਜਿਸ ਵੇਲੇ ਤੀਰ ਸਿੰਨਿਆ ਖਵਾਣ 'ਤੇ ਰੱਖ ਕੇ, ਇਹ ਹੁਣ ਸ਼ੈਤਾਨ ਬਹੁਤੇ ਪੰਛੀਆਂ ਨੂੰ ਕਾਂ ਜਿਹੜਾ ਇਹਦਾ ਉੱਡ ਗਿਆ। ਉਹ ਭੋਲਾ ਭਾਲਾ ਜਾਨਵਰ ਵਿਚਾਰਾ ਹੰਸ, ਉਹਦੇ ਤੀਰ ਵੱਜ ਗਿਆ, ਮਿਲੇ ਤੀਰ ਵੱਜਿਆ, ਜ਼ਖਮੀ ਹੋ ਗਿਆ। ਉਹ ਫਿਰ ਕਹਿਣ ਲੱਗਾ, ਰਾਜਨ ਤੁਮਰੀ ਨੀਂਦ ਮੈਂ पाया है जिस भंग, वो काग में हंस था मरिया दुष्ट के संग। हे राजन,
ਤੁਹਾਡੀ ਨੀਂਦ ਵਿੱਚ ਜਿਹਨ ਭਗਣ ਪਾਈ ਹੈ ਉਹ ਮੈਂ ਨਹੀਂ ਸੀ, ਉਹ ਤਾਂ ਕਾਂ ਸੀ ਜਿਹਨ ਬਿਠ ਕੀਤੀ। ਰਾਜਾ ਕਹਿੰਦਾ ਵੀ ਤੂੰ ਹੰਸ ਹੋ ਕੇ ਤੇ ਕਾਂ ਦੇ ਨਾਲ ਕਿਉਂ ਤੁਰ ਪਿਆ? ਕਹਿੰਦੇ ਜੀ ਭੁਲੇਖੇ 'ਚ ਫਸ ਗਿਆ, ਦੁਸ਼ਟ ਦੀ ਸੰਗਤ ਕਰਕੇ ਅਜ ਮਰ ਰਿਹਾ। ਇਹ ਨਿੰਦਕਾਂ ਦੀ ਸੰਗਤ ਕਰਨ ਵਾਲਿਆਂ ਦਾ, ਉਹਨਾਂ ਦਾ ਆਪਣਾ ਬੇੜਾ ਤਾਂ ਡੁੱਬਣਾ, ਦੂਆਂ ਦਾ ਵੀ ਨਾਲ ਡੁੱਬ ਗਿਆ। ਪਰ ਅੱਜ ਸਾਡੇ ਸੰਸਾਰ ਨੂੰ ਭੁੱਸ ਬਹੁਤ ਪਿਆ ਹੈ। ਜਿੱਥੇ ਕਹਿਣਗੇ ਨਾ ਖੁੰਡ ਪਲਟੀ ਆਹ ਹੀ ਕਰਦੇ ਦਿਨ ਰਾਤ, ਪਿੰਡ ਦੀਆਂ ਗੰਦੀਆਂ ਨਾਲੀਆਂ ਉੱਥੇ ਬੈਠੇ ਗੰਦ ਸੁੰਘੀ ਜਾਂਦੇ, ਗੰਦ ਬੋਲੀ ਜਾਂਦੇ, ਗੰਦ ਸੁਣੀ ਜਾਂਦੇ। ਕੋਈ ਭਜਨ ਪਾਠ ਨਹੀਂ, ਟਾਈਮ ਪਾਸ ਕਰਦੇ। ਇਹ ਟਾਈਮ ਪਾਸ ਜਾਂ ਤਾਂ ਕੋਈ ਸੇਵਾ ਕਰੋ, ਜਾਂ ਕੋਈ ਸਿਮਰਨ ਕਰੋ, ਜਾਂ ਕੋਈ ਕਥਾ ਵਾਰਤਾ ਸੁਣ ਲਓ, ਜਾਂ ਕੋਈ ਹੋਰ ਪਿੰਡ ਦੇ ਬਥੇਰੇ ਭਲਾਈ ਦੇ ਕੰਮ ਪਰਕਾਰ ਦੇ ਹੁੰਦੇ, ਉਹ ਨਹੀਂ ਕਰਦਾ। ਬਲਕਿ ਚੰਗਾ ਜਿੱਥਾ ਹੋਊਗਾ ਉੱਥੇ ਜ਼ਰੂਰ ਟੋਡ ਅੜਾਉਣਗੇ। ਇਹ ਆਮ ਤੁਸੀਂ ਦੇਖ ਲਓ, ਇਹੋ ਜਿਹਾ ਹਾਲ ਹੈ ਸ਼ਹਿਰਾਂ 'ਚ। ਤਾਸ਼ ਖੇਲੀ, ਜੂਆ ਖੇਲਿਆ, ਗੱਪ ਕੋੜਾ ਮਾਰ ਲਿਆ, ਨਸ਼ੇ ਪੱਤੇ ਕਰਕੇ ਪੁੱਠੀਆਂ ਗੱਲਾਂ ਕਰਨੀਆਂ, ਜਾਂ ਸਿਨੇਮਿਆਂ ਕਲੱਬਾਂ ਪੱਬਾਂ ਜਾ ਕੇ ਉੱਥੇ ਪੱਬਾਂ ਭਾਰ ਹੋਏ ਪੈਸੇ ਖਰਚ ਕਰਕੇ ਕਰਨਾ। ਸੰਗਤ 'ਚ ਨਹੀਂ ਬਹਿਣਾ, ਸੰਗਤ ਵੱਲ ਮੂੰਹ ਨਹੀਂ ਕਰਨਾ। ਇਸ ਵਾਸਤੇ ਉਹ ਹੁਣ ਵਿਸ਼ਵ ਨਿੰਦਕ, ਲక్ష్ਮੀ ਕਹਿੰਦੀ ਮਹਾਰਾਜ ਵਿਸ਼ਵ ਨਿੰਦਕ ਨਹੀਂ ਕੋਈ ਹੋ ਸਕਦਾ, ਕਿਸੇ ਦੀ ਦੋਸਤ ਕਰਦਾ ਉਹ ਕਹਿੰਦੇ ਨਹੀਂ ਇਹ ਵਿਸ਼ਵ ਨਿੰਦਕ, ਇਹ ਨਹੀਂ ਬਖਸ਼ਦਾ ਕਿਸੇ। ਕਹਿੰਦੇ ਮਹਾਰਾਜ ਫਰਮਾਨ ਕਹਿੰਦੇ ਦਿਖਾ ਦਿੰਦੇ, 2 ਸਾਲ ਸਵਰਗ ਦੇ ਵਿੱਚ ਰੱਖਿਆ। ਜਦੋਂ ਹੁਣ ਦੇਵਤਿਆਂ ਦਾ ਮੁਖੀ ਰਾਜਾ ਵਿਸ਼ਨੂੰ ਦੇ ਕਹਿਣ ਨਾਲ ਇਹਦੀ ਸੇਵਾ 'ਚ ਤਤਪਰ ਹੈ, ਤੇ ਬਾਕੀ ਦੇਵਤਿਆਂ ਨੇ ਵੀ ਸੇਵਾ ਕਰਨੀ ਸੀ ਨਾ। ਤਰ੍ਹਾਂ ਤਰ੍ਹਾਂ ਦੇ ਪੀਣ ਵਾਸਤੇ ਜੂਸ ਦੇਣੇ, ਤਰ੍ਹਾਂ ਤਰ੍ਹਾਂ ਦੇ ਸਵਰਗੀ ਖਾਣੇ, ਤੇ ਹੋਰ ਸਵਰਗ ਦੀਆਂ ਸੋਹਣੀਆਂ ਸੋਹਣੀਆਂ ਸੇਜਾਂ ਜਿੱਥੇ ਹਰ ਵੇਲੇ ਖੁਸ਼ਬੋਈ ਆਵੇ। ਹਾਂਜੀ, ਤੇ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ, ਪੂਰਾ ਖੁਸ਼ ਰੱਖ। ਹੁਣ ਹੁਕਮ ਸੀ ਵਿਸ਼ਨੂੰ ਦਾ ਵੀ 2 ਸਾਲ ਇਹਨੂੰ ਜਾਣ ਨਹੀਂ ਦੇਣਾ। ਹੁਣ ਇਹੋ ਜਿਹੇ ਬੰਦੇ ਨੂੰ ਤਾਂ 5 ਮਿੰਟ ਬਹਿਣਾ ਬਹੁਤ ਔਖਾ ਹੁੰਦਾ। ਪੁੱਸ ਪਿਆ ਹੁੰਦਾ, ਉਹ ਪੁੱਸ ਪੂਰਾ ਨਹੀਂ ਹੁੰਦਾ। ਪਰ ਹੁਣ ਉਹ ਉੱਥੋਂ ਨਿਕਲਣ ਕਿੱਥੇ ਜਾਣ? ਹੁਕਮ ਸੀ ਵੀ ਜਾਣ ਨਹੀਂ ਦੇਣਾ, ਜੋ ਮਰਜ਼ੀ ਹੋਵੇ। 2 ਸਾਲ ਰੋ ਪਿੱਟ ਕੇ ਪੂਰੇ ਤਾਂ ਹੋ ਗਏ, ਭਾਵੇਂ ਇੰਨੇ ਸੋਗ ਆਰਾਮ ਸੀ। ਔਰ ਉਹ ਜਿਹੜੀ ਨਿੰਦਿਆ ਵਾਲੀ ਬਾਦੀ ਸੀ ਉਹ ਪੂਰੀ ਨਾ ਸੁਣੀ। ਨਿੰਦਿਆ ਵਾਸਤੇ ਮਿਲਦਾ ਨਾ ਕੋਈ। ਹੁਣ ਜਿਹੜੇ 2 ਸਾਲ ਪੂਰੇ ਹੋਏ, ਉਹਨਾਂ ਨੇ ਬੈਂਡ ਬਾਜੇ ਤਿਆਰ ਕੀਤੇ, ਇਹਨੂੰ ਸਤਿਕਾਰ ਸਰੂਪੇ ਵੀ ਬਹੁਤ ਦਿੱਤੇ। ਤੇ ਚਲੋ ਹੁਣ ਭਗਵਾਨ ਵਿਸ਼ਨੂੰ ਨੇ ਸੇਵਾ ਲਾਈ ਸੀ ਕਿ ਸਾਡੀ ਸੇਵਾ 'ਚ ਕੋਈ ਤਰੁੱਟੀ ਨਾ ਹੋਵੇ, ਅਸੀਂ ਭਗਵਾਨ ਦੀ ਆਸ਼ੀਰਵਾਦ ਲੈਣੀ। ਇਹਨੂੰ ਵਿਦਾ ਕਰਨ ਵਾਸਤੇ ਰਸਤੇ ਸ਼ਿੰਗਾਰ 'ਤੇ ਝੰਡੀਆਂ ਲਾਤੀਆਂ, ਪਟਾਕੇ ਚੱਲ ਰਹੇ ਆ, ਬੈਂਡ ਬਾਜੇ ਵੱਜ ਰਹੇ, ਬਹੁਤ ਸਵਾਗਤ। ਹੁਣ ਜਿਹੜੇ ਵਿਦਾਇਗੀ ਦੇਣੀ ਸੀ, ਕਹਿਣ ਲੱਗੇ ਮਹਾਰਾਜ ਭਗਵਾਨ ਵਿਸ਼ਨੂੰ ਨੇ ਆਪ ਹੁਕਮ ਕਹਿ ਕੇ ਤੁਹਾਡੀ ਸੇਵਾ ਬਖਸ਼ੀ ਸੀ। ਇਹ ਸਾਤੋਂ ਸੇਵਾ ਕਰਦਿਆਂ ਕੋਈ ਕਮੀ ਰਹਿ ਗਈ ਹੋਵੇ ਨਾ, ਉਹ ਦੱਸ ਦਿਓ, ਅਸੀਂ ਮਾਫੀ ਮੰਗ ਲਾਂਗੇ ਤੁਹਾਤੋਂ, ਭਗਵਾਨ ਤੋਂ ਵੀ ਤੁਹਾਤੋਂ ਵੀ ਮੰਗ ਲਾਂਗੇ। ਇਹ ਫੇਰ ਵੀ ਦਰਸ਼ਨ ਬਖਸ਼ ਦਿਓ, ਕਿਰਪਾ ਕਰ ਦਿਓ। ਕਹਿਣ ਲੱਗਾ ਤੁਸੀਂ ਕਾਹਦੇ ਦੇਵਤੇ ਬਣੇ ਫਿਰਦੇ? ਮੈਂ ਇੱਕ ਧਰਤੀ ਦਾ ਬੰਦਾ, ਤੁਸੀਂ ਮੇਰੀ ਚਾਪਲੂਸੀ ਕਰਦੇ ਰਹੇ ਹੋ। ਤੁਹਾਡੇ ਵਰਗਾ ਤਾਂ ਮੂਰਖ ਹੀ ਕੋਈ ਨਹੀਂ। ਕਹਿੰਦੇ ਸੁਣ ਲਓ ਵੀ, ਆਹ 2 ਸਾਲ ਦੀ ਸੇਵਾ ਪਿੱਛੋਂ ਆਹ ਸਿਰ ਦੇ ਵਿੱਚ ਹਾਥ ਸੁਆਹ ਪਾ ਰਿਹਾ।
निंदक निंदक सो जो निंदा हो रहा है। कबीर साहब ने कहा ना, निंदा निंदा लोग मोको निंदा, निंदा जन को खरी प्यारी, निंदा पाप निंदा नितारी, निंदा करे सो हमारा भी निंदक माहे हमारा जी। देवते बड़े हैरान कमाल की गल है भी असीं तो कोई ऐसा मौका ही नहीं दिता। हाँ जी, पिया चंगा असीं तो दूए स्वरूप दे सन्मान किया, इन साडी सेवा का फल आ जाता स्वरूपा दे। तो भगवान विष्णु कहते देख लिया, मैनू कहा सी विश्व निंदक सारिਆਂ ਦਾ एक ਇਹਨੂੰ भी नहीं बख्शदा। एक तो घर रैन भी छड़ दिंदी ने, एक घर ये ਜਿਹੜੇ ਨਿੰਦਕ है नहीं बख्शदे ਕਿਸੇ ਨੂੰ। ਇੱਥੇ गुरु साहब रहे थोड़ी निंदिया डंड रौली पाई इन्होंने। ਲਓ जी ਪਹਿਲਾਂ ਤਾਂ ਮੰਡੀ ਗਏ ਤੇ ਜਿਹੜੇ ਹੁਣ ਲੇਖਾ ਦੇਣਾ ਸੀ ਨਾ, ਤੇ ਬੇਚ ਨਹਾਉਣ ਦੇ ਬਹਾਨੇ ਤੇ ਡੁੱਬ ਕੇ ਮਰ ਗਏ। महाराज आप बाणी च भी रह गए, ये की बकवास करते। कोई आखे भूतना, वो कहे बेताला, कई तो कहते भूतना। आ देखो महाराज नूं निंदक बंदे ही तो गल छड्ड दिओ, ना खाई गए लै लैके उत्थे झोलियां भरा भरा के, हुण इक्को ही बोली बोली जाते सन। क्योंकि दुनिया का होंदा ना, जिधर तुरते तो उधर तुर पाते सारे। वो सारे परोपकार भुलाते। कोई आखे भूतना, वो कहे बेताला, कहते ये दिमाग का ताल खराब हो गया। बेताल भी भूतने की एक किस्म है। कहते कई थोड़ा जिहा इन्ना लिहाज करते हैं। कोई आखे आदमी, नानक विचार कहते नानक विचार तक आदमी, ये इत्थे दी गल ही है। सुल्तानपुर दी रोज़ धड़ियां भरा भरा के लै लै खाई जाते हैं। ते निंदक दा हुंदा जिहड़ी थाली च खाना उह च छेक करना। इहदा नाम लूण हरामी, अकिरत गण। किसी परोपकार कीते जिहड़ा नहीं जानता उसका नाम अकिरत गण। तो जिहड़ा लूण खा के फिर निंदिया करता लूण हरामी हो गया ना। ये हाल है इन्हां लोगों का। भगवान कहन लगे लक्ष्मी असी दा नाम रखे सी विश्व निंदक, सारियां दी निंदिया करने वाला। तू कहती है भी सारियां दी इतनी नहीं, किसी की तो उस करता ही होगा। आ तेन दिखालता कि नहीं। वो बेचारे पब्बां भार होकर भी सेवा करी गए देवते सारे। देवत्यां दा मुखी इंद्र भी साडा हुक्म मन के ये अरदल च खड़दा ही सेवा करता है। ये भगवान विष्णु ने सेवा दी है कि वो सेवा से खुश हो के साड़ी पदवी होर बड़ी अकबाल होर वधाउणगे। बाकी देवते भी लगे हुए सी। ये बनया किसी का, इन्हों जिन्ना मर्जी बना लो, जिन्ना मर्जी खिला लो। कुत्ते नूं खिलाई चलो, ना खड़ू तो लत्त नूं पऊगा। ये निंदकां दी भी कूद प्रवृत्ति है। जिन्ना मर्जी इन्हों खिलाई चलो, जो मर्जी करी जाओ, ओढ़ के इन्होंने यही कुछ करना। तां महाराज कहते मदरा दहता सतगुर भंग दहे तन एक, सब्त कुल जगत झूठ, निंदिया दहे अनेक 100 साखी जै। निंदिया करने वाली अनेकों कुलां नरक नूं जाने। हुण आज राजा सी ना, रामचंद्र का दादा होया है, दशरथ का प्यो सी। राजमद बहुत हुंदा ना। ये घोड़िया के तबेले से कोई महापुरुष भिखिया आ गया। कहते आ सारा किमें, कहते जी भिखिया ले। कहते होर तो है नहीं, मेरे पास घोड़िया की लिद्दा ही है।
कहते महाराज यही दे दो कि महाराजा हाँ थोड़े पवित्र हथ है, पवित्र हो जाऊगी। उन्हीं पुआली बाटे कहते चंगा राजन तुहाडा दिता है दान फलीभूत हो। वो जंगल च आ गया, धूना रमाया सी कि चलो कई बार वर्त भी रखे लईदा, जिहड़ा ज्ञानवान नूं गुस्सा नहीं करता। अज प्रारब्ध नहीं सी, भोजन नहीं मिलिया, महाराज शुक्र करते। आम बंदा कहीं रब का की बिगाड़िया सी, अज पीण नूं पानी भी नहीं मिलिया, रोटी नहीं मिली, पता नहीं किहड़ा माड़ा बंदा मत्थे लग गया। हाँ जी, पानी नहीं मिलिया, रोटी नहीं मिली, इस तरह की गल्लां करनगे। जिहड़ा साधु हुंदा ज्ञानवान, सबर अंदर सावरी, फरीदा सबर अंदर सावरी, तन एवें जले हुन जी खुदाए दे भेत ना किसै। उन्हां महापुरखां दा असल जीवन, तां ही कहंदे भगतां ते संसारियां जोड़ कदे ना आया। उन्हां दा जोड़ नहीं बनदा, उन्हां दा रस्ता बखरा, उन्हां दा रस्ता बखरा। भगतां की चाल नराली, चाला नराली भगतां केरी बेखम मार्ग चलन। लभ लोभ अहंकार तज तृष्णा, बहुत नहीं बोलना, खन्ने हो तिखी, बालों निकी, एत मार्ग जाना। उन्हां दा ते रस्ता आनंद साहिब तुसीं पढ़दे हैं रोज़। हुण कहंदे राजन तुहाडा दिता दान न फलीभूत हो गया। वो लिद बधन लग पई, बहुत बड़ा ढेर बन गया। परमात्मा तो डरना चाहिए। पता नहीं किहड़े वेले किहो जिहा समां वो बना दिंदा, होमे तोड़ दिंदा, बड़बड़ियां हंकारियां दीयां धौणां 'च किले ठोक दिंदा। इस करके किसी का भी निरादर नहीं करना चाहिए, होमे नहीं करनी चाहिए। समां कई तरह दी करवटां ले लैंदा है, पर बंदा भुल जाता है। ये जंगल शिकार खेलन गया, वो माशकी पानी वाले पिछे रह गए, सेवादार लंगर पानी वाले। राजा का प्रबंध तो सारा होंदा ही है, तो हुण भी आ लीडर बड़े आउंदे आ, नाले एंबूलेंस हुंदी, बीमार हो गया तो उदों ही सामभ लांगे। खाण पीण का भी सारा हुंदा, वो भी चैकअप करते हैं, बाहर का नहीं खाण देंदे, कोई जहर ना मिला दे, एन चैकअप करके। हुण वो पिछे रह गया, प्यास लगी, तड़फन दिया। जिन्हें ज़्यादा सुख दे जूस पीते, हुण फिर जरना भी बहुत औखा होंदा ना, आम बंदा घट जाता थोड़ा जिहा, इन्होंने फिर थोड़ा औखा ज़्यादा होंदा वा। जिहड़ा ज़्यादा सुख भोगदा, माड़ा जिहा दुख आ जाए तो तंगी ज़्यादा होंदी, तो जिहड़ा दुखमय जीवन गुजरदा वो फिर थोड़ा उहदा बर्दाश्त का मादा भी काफ़ी होंदा। घूमदा उत्थे वो संत बैठा धूना रवाई, इन पछाणिया नहीं। कहते महाराज प्यास बहुत लगी, जल कहते मिल जाएगा, आओ जी आया। आगतंग स्वागतंग सारंग, महापुरख जिहड़े वो हरेक का सन्मान करते, उन्हें भेदभाव नहीं होंदा, कोई बैर ईर्खा नहीं होंदी। तो मेरा अपमान किया मैं भी अपमान करा। संत ना छोड़े संत जो कोट के मिले संत, वो तो अपने आनंद स्वरूप च रहिंदे ने। कहते आओ महाराज आसन ग्रहण करो, भोजन छकना, वो दसो जल छकना, धन भाग। आम संगत आउंदी है, तुसीं साडे देश के महाराजा, तुसीं बड़ी कृपालता की है। तो जिस वेले उधर नूं देखिया, लिद का बहुत बड़ा ढेर पिया। वो कहते महाराज कोई घोड़ा घोड़ी नहीं है, कोई बछेरा बछेरी नहीं, आ लिद कितों आ गई। कहते महाराज तुसीं जल सको, तुसीं लिद लुतों की लेना। कहते नहीं, ये शंका जी हो गई। जिहड़े ना हटिया ना, वो कहते हे राजन
तुम्हारा दिता है दान फलीभूत हो रहा। आखिर मेरा दान? कहते हाँ। कहते जदों असीं भिखिया नूं गए सी ना, तूं घोड़ियां दे तवेले विच सी, असीं उहदे जाके ओम नमो नारायण भिखिया वास्ते बोले, तूं क्या इत्थे होर तां कुछ नहीं, मेरे भले दे आ। कहते महाराज तुसीं यही दे दिओ, तुसीं राजे आ देश दे, तुहाडे पवित्र हत्थां दा जो मिल जाएगा ठीक ठाक ही है। ये तुम्हारा दिता होया दान फलीभूत हो रहा है। कहता हुण किवें होऊगा? संत कहते हुण तां खानी पैनी। कहते महाराज फिर हुण किवें होऊ? कहते तां हत्थीं दिता ना। कहता बचाव हो सकदा किस तरह? कहते हाँ एक साधन है। कहते वो किवें? कहते तू अपनी निंदिया करा, वो निंदक खा जाणगे। कहते जो किवें करावां? कहते एक हत्थ विच रंगदार पानी की बोतल फड़ ली, एक बेसवा लिया के उसकी बांह च बांह पा के बाजार च घूमन लगे, तो लोग कहेंगे आ राजे गरकण ते आए हुए हैं, बेसवा ਲਈ ਫਿਰਦੇ, प्रजा की करूगी? शराबां ਦੀਆਂ बोतलां ਚੱਕੀ ਫਿਰਦੇ। इवें ही कीता, बस ज्यों निंदिया होने लगी, कोई मूँह नहीं बचा। चार चफेरे वो जिहड़ा ढेर सी ना सारा ही खा गया निंदक, एक बुक रह गया। कहते ये हुण संत जी कहते बुक तो हथी दिता सी, वो तो हुण खाना ही पऊ। कहते महाराज फिर हुण ये किवें खाऊंगा? कित्थे राजिਆਂ ने 36 प्रकार के 6 रसां के भोजन खाधे, ते हुण ये लिद खानी पैगी। ये कहते हथी दान दिता, ये तो खाना पैना। कहते किवें? कहते जिले रोटी खाया करेंगे ना, भोजन छक लिया करेगा, उतों चूरन खाईदा, चूंडी भर के खा ली, चूरन की जगह ये खा ली। उत्थे फिर गुरु ग्रंथ साहब जी दे विच लिखिया, अजै सो रोवै भीखिया खाए, ऐसी दरगाह मिले सजा। हुण अज राजा रो रहा, बड़ी भिखिया दी ही लिद दी वो खानी पै रही है, ते ना रो रहा, बाकी ढेर निंदक खा गए। इस करके महाराज कहते निंदा भली किसै की नाही, मनमुख मुग्ध करन। ये निंदिया भरी तो किसी की भी है नहीं, पर जिन्होंने आदत पै जाती है ना, वो नहीं बख्शदे। वो दिन रात इसे काम से लगे हुए, कोई इस रसना ना बाणी नहीं पढ़नी, नाम नहीं जपना, निंदिया करी जाते। हम कई गुरुद्वारे होंगे खुंड पार्टी वाले, ये गुरुद्वारे कड़ाह खाण जाते, ये तो खाण जाते भी तुहाडा ढिड क्यों दुखी जाता। जिहड़ा हुण महाराज दे आएगा उन्होंने महाराज का सीत प्रसाद मिलेगा, उत्थे बैठे ही खट्टे मूंग तंगड़ी जाते। लव जी गुरुद्वारे कड़ी खाण गए, दाल पीण जाते, हालां कोई मतलब नहीं, जांदा कौन आ, खांदा कौन आ, खिलाउंदा कौन आ, उत्थे बैठे ही तरलो मच्छी होई जाते। इत्थे बीबियां ने आउणा, वो बेचारियां डोलू च दुध लिआउणियां, दुध लंगर च पा देना संगत लई, जल पानी लई। वो जांदियां ने सरोवर दे विचों जल लै जाना, ये घर छट्टा मारांगे, संगत की धूड़ बरकत होएगी। इन्हीं खुंड पार्टियां आ जी डोलू विच ना, ये दाल कड़ी लैके आईयां बेर साहब तो। अच्छा हुण जिले रोज़ करी जाए बंदा अक पी जाता, एक दिन फिर उन्हें डोलू खोल के मोहरे रख दी,
ਲਓ ਤੁਸੀਂ ਵੀ ਛਕ ਲਓ। ਬਹੁਤ ਸ਼ਰਮਿੰਦੇ ਹੋਏ ਪਏ। ਇਹ ਆਦਤ ਬਣੀ ਹੋਈ ਹੈ ਕਈਆਂ, ਨਿੰਦਕ ਬਿਨਾਂ ਕਿਸੇ ਕਾਰਨ। ਤਾਂ ਮਹਾਰਾਜ ਕਹਿੰਦੇ ਆ, ਨਿੰਦਾ ਭਲੀ ਕਿਸੈ ਕੀ ਨਾਹੀਂ, ਮਨਮੁਖ ਮੁਗਧ ਕਰਾਂ। ਆ ਕਿੱਡੇ ਕਰੜੇ ਸ਼ਬਦ ਵਰਤੇ। ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਨਰਕ 'ਚ ਜਾ ਕੇ ਡਿੱਗਦੇ। ਹੁਣ ਇਹ ਜਿਹੜੇ ਸੱਤਾ ਬਲਵੰਡਾ ਸੀ, ਰਾਗ ਵਿੱਚ ਤਾਂ ਬਹੁਤ ਸਿਆਣੇ ਸੀਗੇ, ਸਾਜ਼ਾਂ ਦੇ ਵੀ ਸਿਆਣੇ ਸੀ। ਲੜਕੀ ਦਾ ਵਿਆਹ ਆ ਗਿਆ, ਕਿਉਂਕਿ ਮਾਰਾ ਵਿਆਹ, ਮਾਰਾ ਕਹਿੰਦੇ ਕੋਈ ਗੱਲ ਨਹੀਂ, ਲੜਕੀਆਂ ਦਾ ਸਮਾਜ ਦੀਆਂ ਸਾਂਝੀਆਂ ਹੁੰਦੀਆਂ ਕਿ ਤੁਸੀਂ ਤਾਂ ਗੁਰੂ ਘਰ ਦੇ ਰਾਗੀ ਆ, ਦੱਸੋ ਕੀ ਖਰਚਾ ਚਾਹੀਦਾ, ਸਾਰਾ ਕੁਝ ਹੋ ਜੂ, ਤੁਸੀਂ ਚਿੰਤਾ ਕਾਹਦੇ ਕਰਦੇ ਆ, ਤੁਸੀਂ ਆਪਣੇ ਕੀਰਤਨ ਕਰੋ। ਨਹੀਂ ਮਹਾਰਾਜ, ਸਾਨੂੰ ਮੱਸਿਆ ਦਾ ਚੜਾਵਾ ਦਿਓ। ਮਹਾਰਾਜ ਕਹਿੰਦੇ ਤੁਸੀਂ ਇਹ ਠੇਕੇਦਾਰੀ ਕਾਹਲੇ ਕਰਦੇ ਆ, ਜਦੋਂ ਅਸੀਂ ਕਹਿੰਦੇ ਵੀ ਸਾਰਾ ਪ੍ਰਬੰਧ ਗੁਰੂ ਘਰ ਵੱਲੋਂ ਹੋ ਜਾਏਗਾ। ਅਤੇ ਮੱਸਿਆ ਮੇਲੇ ਜਿਹੜੇ ਹੁੰਦੇ ਆ, ਮੌਸਮ ਕਈ ਵਾਰੀ ਐਸਾ ਹੋ ਜਾਂਦਾ ਜਾਂ ਕਈ ਕਾਰਨ ਐਸੇ ਬਣ ਜਾਂਦੇ ਆ, ਸੰਗਤ ਕਦੀ ਘੱਟ ਆਉਂਦੀ ਹੈ, ਕਦੀ ਵੱਧ ਆਉਂਦੀ ਹੈ। ਸੰਗਤ ਆਊ ਚੜਾਵਾ, ਸੰਗਤ ਨਾ ਆਊ ਤਾਂ ਚੜਾਵਾ ਕਿੱਥੋਂ ਆਊਗਾ। ਹੁਣ ਭਾਈ ਮਨੀ ਸਿੰਘ ਸਾਹਿਬ, ਉਹਨਾਂ ਨੇ ਕਿਹਾ ਕਿ ਦੀਵਾਲੀ ਦਾ ਮੇਲਾ ਮਨਾਉਣਾ। ਸਰਕਾਰ ਕਹਿਣ ਲੱਗੀ ਵੀ ਇੰਨਾ ਟੈਕਸ ਦੇਣਾ ਪਊ। ਭਾਈ ਸਾਹਿਬ ਕਹਿਣ ਲੱਗੇ ਚਲੋ ਸੰਗਤ ਆਉਂਦੀ ਹੈ ਕਿ ਬਹਾਨੇ ਨਾਲ ਸੰਗਤਾਂ ਦੇ ਦਰਸ਼ਨ, ਮਹਾਰਾਜ ਦਰਬਾਰ ਦੇ ਦਰਸ਼ਨ ਕਰ ਲੈਣਗੇ। ਇਹ 10,000 ਟੈਕਸ, ਕਹਿੰਦੇ ਠੀਕ ਹੈ। ਉਹ ਸਰਕਾਰ ਨੇ ਥਾਂ ਥਾਂ ਚੌਂਕੀਆਂ ਬਹਾਲ ਦਿੱਤੀਆਂ, ਮੁਗਲਿਆ ਹਕੂਮਤ ਨੇ, ਸੰਗਤ ਆਉਣ ਨਾ ਦਿੱਤੀ। ਸੰਗਤ ਨਾਲ ਹੀ ਚੜਾਵਾ ਕਿੱਥੋਂ ਆਉਣਾ। ਫੇਰ ਕਹਿਣ ਤੁਸੀਂ ਉਹ ਦਿਓ, ਕਹਿੰਦੇ ਵੀ ਸੰਗਤ ਤੁਸੀਂ ਆਉਣ ਨਹੀਂ, ਮੈਂ ਕਿੱਥੋਂ ਦਿਆਂ। ਉਹ ਬਹਾਨਾ ਬਣਾਉਂਦੇ ਸੀ ਕਿ ਭਾਈ ਸਾਹਿਬ ਸੰਗਤਾਂ ਨੂੰ ਸੁਚੇਤ ਕਰ ਰਿਹਾ, ਇਹਨਾਂ ਦੀ ਸ਼ਖਸੀਅਤ ਦਾ ਇੰਨਾ ਪ੍ਰਭਾਵ ਆ, ਬੜੇ ਬੜੇ ਮੁਸਲਮਾਨ ਵੀ ਗੁਰੂ ਘਰ ਦੇ ਮਰੀਦ ਬਣ ਰਹੇ, ਇੰਨਾ ਉਹਨਾਂ ਦੇ ਕਥਾ ਦੇ ਵਿੱਚ ਰਸ, ਇੰਨੀ ਪਿਆਰੀ ਸ਼ਖਸੀਅਤ ਹੈ। ਇਸ ਬਹਾਨੇ ਗ੍ਰਿਫਤਾਰ ਕਰਕੇ ਲਾਹੌਰ ਜਾ ਕੇ ਕਿਸ ਤਰ੍ਹਾਂ ਬੰਦ ਕੱਢ ਕੇ ਸ਼ਹੀਦ ਕੀਤਾ। ਉਹਨਾਂ ਦੇ ਪਰਿਵਾਰਾਂ ਦੇ ਪੁੱਠੀਆਂ ਖੱਲਾਂ ਲਾ ਲਾ ਕੇ ਭਾਈ ਗੁਲਜ਼ਾਰ ਸਿੰਘ ਨੇ ਖਾਸ ਮੰਡੀ ਦੇ ਵਿੱਚ ਖੂਹ ਹਾਲੇ ਵੀ ਹੈਗਾ। ਹੁਣ ਤਾਂ ਬਲੈਤੀ ਸੰਗਤ ਨੇ ਉੱਥੇ ਗੁਰਦੁਆਰਾ ਬਣਾਇਆ, ਬਹੁਤ ਸੋਹਣਾ। ਸੋ ਇਸ ਵਾਸਤੇ ਦੀਵਾਲੀ ਦਾ ਮੇਲਾ ਇਹ ਕਈ ਵਾਰੀ ਸਰਕਾਰਾਂ ਰੋਕ ਟੋਕ ਕਰ ਦਿੰਦੀਆਂ, ਕਦੀ ਕੋਈ ਬਿਮਾਰੀ ਆ ਜਾਂਦੀ ਹੈ, ਕਈ ਵਾਰੀ ਮੌਸਮ ਦਾ ਪ੍ਰਭਾਵ ਹੋ ਜਾਂਦਾ। ਹੁਣ ਆ ਪਿਛਲੇ ਦਿਨਾਂ 'ਚ ਕਰੋਨੇ ਦੀ ਬਿਮਾਰੀ ਬਹੁਤ ਵੱਧ ਗਈ ਸੀ, ਅਤੇ ਸ਼੍ਰੋਮਣੀ ਕਮੇਟੀ ਦੇ ਕਿੰਨੇ ਅਦਾਰੇ ਆ, ਉਹ ਸਕੂਲਾਂ ਦੇ ਖਰਚੇ ਨਹੀਂ ਪੂਰੇ ਕਰ ਸਕੇ, ਤਨਖਾਹਾਂ ਨਹੀਂ ਦੇ ਸਕੇ ਮੁਲਾਜ਼ਮਾਂ ਨੂੰ, ਕਿਉਂ ਸੰਗਤ ਬੰਦ ਹੋ ਗਈ। ਸੰਗਤ ਨਾਲ ਵੀ ਚੜਾਵਾ ਨਹੀਂ ਸੀ ਹੋਣਾ, ਤਨਖਾਹਾਂ ਚੜਾਵੇ 'ਚੋਂ ਜਾਣੀਆਂ ਸੀ। ਇਹ ਤੁਹਾਡੇ ਸਾਹਮਣੇ ਦੀ ਗੱਲ ਹੈ, ਅੱਖਾਂ ਨਾਲ ਦੇਖਣ ਦੀ ਗੱਲ ਹੈ। ਬਲੈਤਾਂ ਤੱਕ ਫੈਕਟਰੀਆਂ ਬੰਦ ਹੋ ਗਈਆਂ, ਕਾਰੋਬਾਰ ਠੱਪ ਹੋ ਗਿਆ ਲੋਕਾਂ ਦਾ। ਮਹਾਰਾਜ ਕਹਿੰਦੇ ਤੁਸੀਂ ਇਸ ਗੱਲ 'ਚ ਨਾ ਆਓ ਕਿ ਸਾਰਾ ਗੁਰੂ ਘਰ ਵਿੱਚੋਂ ਹੋ ਜਾਏਗਾ। ਅੱਗੇ ਨਹੀਂ ਜੀ, ਅਮਾਵਸ ਦਾ ਚੜਾਵਾ, ਉਹ ਕੁਦਰਤੀ ਮੀਂਹ ਹਨੇਰੀ ਆ ਗਈ, ਚੜਾਵਾ ਆਇਆ, ਇਹ ਜਿਉਂ ਨਿੰਦਿਆ ਲੱਗੇਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਰਦਾਸ਼ਤ ਕਰ, ਫਿਰ ਗੁਰੂ ਰਾਮਦਾਸ, ਫਿਰ ਧੰਨ ਸ਼੍ਰੀ ਗੁਰੂ ਅਮਰਦਾਸ, ਫਿਰ ਗੁਰੂ ਅੰਗਦ, ਫਿਰ ਗੁਰੂ ਨਾਨਕ ਸਾਹਿਬ ਦਾ ਜਿਹੜੇ ਨਾਂ ਲਿਆ ਨਾ, ਮਹਾਰਾਜ ਕਹਿੰਦੇ ਫਿੱਟ ਗਏ। ਸਾਡੇ ਮੁੰਡ ਨੂੰ ਹੱਥ ਪਾ ਲਿਆ, ਬਸ ਇੰਨੀ ਗੱਲ ਸੀ, ਕੋੜ ਸੋਰਾਂ ਚੁਣਨ ਲੱਗ ਪਈਆਂ। ਹੁਣ ਜਿਹੜੇ 4 ਪੈਸੇ ਕੋਲ ਸੀ ਮੋਗਾ, ਹੁਣ ਰੋਟੀ ਲਈ ਵੀ ਆਤਰ ਹੋ ਗਿਆ, ਵਿਆਹ ਦਾ ਤਾਂ ਗੱਲ ਹੀ ਕਰਨੀ। ਇਹ ਹੁਣ ਦਰ ਦਰ ਜੁਲਕਦੇ ਫਿਰਦੇ ਆ ਕਿ ਹੁਣ ਕਿਵੇਂ, ਨਹੀਂ ਤੇ ਕਹਿਣ ਅਸੀਂ ਕੀਰਤਨ ਕਰਕੇ ਜਿਹਨੂੰ ਮਰਜ਼ੀ ਗੁਰੂ ਬਣਾ ਲਾਂਗੇ। ਸਾਡੇ ਕੀਰਤਨ ਕਰਕੇ ਲੋਕ ਆਉਂਦੇ ਆ, ਗੁਰੂ ਇਹਨਾਂ ਨੂੰ ਪੂਜਦੇ, ਚੜਾਵੇ ਚੜ੍ਹਦੇ। ਗੁਰੂ ਸ਼ਖਸੀਅਤ ਦਾ ਨਹੀਂ ਪਤਾ ਵੀ ਉਹਨਾਂ ਕਰਕੇ ਸਾਨੂੰ ਬਖਸ਼ਿਸ਼ ਮਿਲਦੀ ਹੈ। ਇੰਨੀ ਹਉਮੈ ਉਹ ਸਾਧ ਸੰਗਤ ਜੀ ਫਿਰ ਕਿਸੇ ਨੇ ਕਿਹਾ ਵੀ ਹੋਰ ਤਾਂ ਨਹੀਂ ਹੁਣ ਕੋਈ ਤੁਹਾਨੂੰ ਬਖਸ਼ਾ ਸਕਦਾ, ਲੱਦਾ ਪਰਉਪਕਾਰੀ ਹੈ।
ਲਾਹੌਰ ਉਹਦੇ ਪਾਸ ਜਾਓ। ਤੇ ਸ਼ਰਤ ਸੀ ਵੀ ਜਿਹੜਾ ਬਖਸ਼ਾਉਣ ਆਊਗਾ ਉਹਦਾ ਮੂੰਹ ਕਾਲਾ ਕਰਕੇ ਸ਼ਹਿਰ ਦੁਆਲੇ ਖੋਤੇ 'ਤੇ ਚੜਾ ਕੇ ਫੇਰਾਂਗੇ। ਉੱਥੇ ਆ ਕੇ ਲਿਲਕੜੀਆਂ ਲੱਗੇ ਕੱਢਿਓ, ਬੜਾ ਪਰਪਕਾਰੀ ਸੀ। ਕਹਿੰਦੇ ਮਹਾਰਾਜ ਸ਼ਰਤ ਨਹੀਂ ਰੱਖੀ। ਕਹਿੰਦੇ ਆ ਦੇਖੋ ਧੰਨ ਆ ਮਹਾਂਪੁਰਖ। ਭਾਈ ਗੁਰਦਾਸ ਕਹਿੰਦੇ ਪਰਪਕਾਰੀ ਗੁਰੂ ਪਿਆਰੇ। ਦੇਖ ਲਓ ਬਖਸ਼ਾਉਣ ਵਾਸਤੇ ਭਾਈ ਲੱਧਾ ਸਾਹਿਬ ਐਡੇ ਮਹਾਂਪੁਰਖ, ਐਡੇ ਗੁਰਸਿੱਖ ਆਪਣਾ ਮੂੰਹ ਕਾਲਾ ਕਰਕੇ ਖੋਤੇ ਚੜ੍ਹ ਕੇ ਗੇੜੇ ਦੇ ਕੇ ਇਹ ਸਤੇ ਬਲਵੰਡੇ ਹੁਣ ਕੋੜੀਆਂ ਨੂੰ ਨਾਲ ਲੈ ਕੇ ਮਹਾਰਾਜ ਕੋ ਆ ਗਏ। ਮਹਾਰਾਜ ਕਹਿੰਦੇ ਲੱਦਿਆ ਇਹ ਕੀ ਕੀਤਾ? ਐਡਾ ਗੁਰਸਿੱਖ ਹੋ। ਕਹਿੰਦੇ ਮਹਾਰਾਜ ਇਹ ਵੀ ਤੁਹਾਡੇ ਰਾਗੀ ਰਹੇ ਆ, ਇਨਸਾਨ ਭੁੱਲਣ ਹਾਰਿਆ, ਤੁਸੀਂ ਬਖਸ਼ਿੰਦੇ ਆ, ਬਖਸ਼ ਦਿਓ। ਤੇ ਤੁਹਾਡਾ ਬਚਨ ਮੈਂ ਨਾ ਮੰਨਦਾ, ਦਰਗਾਹ 'ਚ ਮੂੰਹ ਕਾਲਾ ਹੋਣਾ ਸੀ। ਮਹਾਰਾਜ ਦੇ ਅੱਖਾਂ 'ਚ ਵੀ ਜਲ ਆ ਕੇ ਟਪਕਣ ਲੱਗ ਪਿਆ, ਅਥਰੂ ਗਿਰਨ ਲੱਗ ਪਿਆ। ਧਾਨੁਕ ਸਿੱਖੀ ਤਾਂ ਹੀ ਕਹਿੰਦੇ ਗੁਰਸਿੱਖੀ ਬਾਰੀਕ ਹੈ ਤਿੱਖੀ, ਖੰਡੇ ਤਾਰੇ ਬਲ ਹੋਂ ਨਿੱਕੀ। ਗੁਰਸਿੱਖ ਦਾ ਦਰਜਾ ਐਡਾ ਵੱਡਾ। ਭਾਈ ਲੱਧੇ ਦੁਆਰਾ ਬਖਸ਼ਾਏ। ਕਹਿੰਦੇ ਮਹਾਰਾਜ ਕਹਿੰਦੇ ਜਿਹੜੇ ਮੂੰਹ ਨਾਲ ਨਿੰਦਿਆ ਕੀਤੀ ਨਾ ਉਸ ਮੂੰਹ ਨਾਲ ਉਸ ਕਰੋ। ਕਹਿੰਦੇ ਮਹਾਰਾਜ ਸਾਡੀ ਤਾਂ ਹੁਣ ਬੁੱਧੀ ਭ੍ਰਿਸ਼ਟ ਹੋ ਗਈ। ਮਹਾਰਾਜ ਨੇ ਕਿਰਪਾ ਕੀਤੀ। ਇਹ ਫਿਰ ਜਿਹੜੀ ਰਾਮਕਲੀ ਦੀ ਤੀਜੀ ਵਾਰ ਆ, 2 ਪੂਰੀਆਂ ਹੋ ਗਈਆਂ। ਇਹਦਾ ਨਾਂ ਹੈ ਸੱਤੇ ਬਲਵੰਡੇ ਦੀ ਵਾਰ। ਗੱਜ ਕੇ ਬੋਲੋ ਸਤਿ। ਇਹਦਾ ਨਾਂ ਤਾਂ ਰੱਖਿਆ ਸੱਤਾ ਦੇ ਬਲਵੰਡਾ ਜਿਹੜਾ। ਇਹ 8 ਪੌੜੀਆਂ 'ਚ ਫਿਰ ਗੁਰੂ ਸਾਹਿਬ ਦੀ ਇਹਨਾਂ ਨੇ ਮਹਿਮਾ ਗਾਈ ਹੈ। ਮਹਾਰਾਜ ਕਿਰਪਾ ਉਹਨਾਂ ਦੀ ਆਪਣੀ ਸੀ। ਜਿਵੇਂ ਜਿਵੇਂ ਉਸਤਤ ਕਰਦੇ ਗਏ ਤਿਵੇਂ ਤਿਵੇਂ ਕੋਢ ਹਟਿਆ ਤੇ ਸਰੀਰ ਕੰਚਨ ਵਰਗੀ ਦੇਹ। ਅੱਜ ਵੀ ਕਈਆਂ ਦੇ ਸਰੀਰ ਨੂੰ ਐਸੇ ਰੋਗ ਹੈ ਜਿਹੜੇ ਇਸ ਵਾਰ ਦਾ ਪਾਠ ਕਰਦੇ ਆ। ਮਹਾਰਾਜ ਦੀ ਪਾਰਸ ਕਲਾ ਅੱਜ ਵੀ ਵਰਤਦੀ। ਗੱਲ ਸਾਰੀ ਸ਼ਰਧਾ ਤੇ। ਸੋ ਵਾਰ ਆਰੰਭ ਸੀ। ਇਹਦੀ ਜਿਹੜੀ ਅਥਾਨਕਾ ਭੂਮਿਕਾ ਸੀ ਉਹ ਸੁਣਾਉਣੀ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਏ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ ਵੀ, ਸਾਰੇ ਸੇਵਾਦਾਰਾਂ ਦਾ ਵੀ। ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰ। ਆਉਣ ਵਾਲੇ ਦਿਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਆਹ ਗੁਰਪੁਰਬ ਮਨਾਇਆ ਜਾਂਦਾ। ਬਟਾਲੇ ਤੋਂ ਸੰਗਤ ਨੇ 1 ਤਰੀਕ ਨੂੰ 1 ਤਰੀਕ ਨੂੰ ਸੰਗਤ ਜਿਵੇਂ ਉਹ ਰਾਤ ਇੱਥੇ ਆ ਜਾਂਦੀ ਹੈ। ਇੱਥੇ ਠਹਿਰ ਦੀ ਦੀਵਾਨ ਸਜਦੇ ਹੈ ਔਰ ਸਵੇਰੇ ਫਿਰ ਅੰਮ੍ਰਿਤ ਵੇਲੇ ਹੀ ਮਹਾਰਾਜ ਚਰਨਾਂ 'ਚ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ। ਕਾਲੀ ਦੇ ਬਾਰੇ ਮੈਨੇਜਰ ਸਾਹਿਬ ਨੇ ਸੰਗਤ ਨਾਲ ਮੀਟਿੰਗ ਵੀ ਕੀਤੀ ਹੈ। ਸੇਵਾ ਲਈ ਡਿਊਟੀਆਂ ਲਾਈਆਂ। ਸੰਗਤਾਂ ਸਾਰੀਆਂ ਸਿਆਣੀਆਂ ਆਈਆਂ। ਜਿਸ ਤਰ੍ਹਾਂ ਕਿ ਹਰ ਸਾਲ ਕੋਈ ਵਾਹਨਾਂ ਦੁਆਰਾ, ਕੋਈ ਲੰਗਰਾਂ ਦੁਆਰਾ ਜਿਵੇਂ ਵੀ ਸੇਵਾ ਪ੍ਰਬੰਧਕਾਂ ਨੂੰ ਸਹਿਯੋਗ ਦੇ ਕੇ ਕਰਦੇ ਆ, ਉਸੇ ਤਰ੍ਹਾਂ ਕਰਨੀ ਹੈ। ਅਤੇ ਇੱਥੋਂ ਫਿਰ ਅਰਦਾਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ 5 ਪਿਆਰਿਆਂ ਦੁਆਰਾ ਬਟਾਲਾ ਨੂੰ ਰਵਾਨਗੀ ਹੁੰਦੀ ਹੈ। ਅਤੇ ਲੰਬਾ ਸਫ਼ਰ ਵੀ ਹੈ। ਉੱਥੇ ਵੀ ਸੰਗਤ ਦਾ ਉਤਸ਼ਾਹ ਬੜਾ। ਟਾਈਮ ਨਾਲ ਤੁਰੀਏ, ਨਿਯਮ ਵਿੱਚ ਰਹਿ ਕੇ ਕੋਈ ਸਮੇਂ ਨਾਲ ਮੁੜਨ ਵਾਲੇ ਵੀ ਬਣੀਦਾ। ਇਸ ਕਰਕੇ ਇਹ ਬੇਨਤੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਜਿਹੜੀ ਸੇਵਾ ਤੁਸੀਂ ਕਰ ਸਕਦੇ ਆ ਉਹ ਮੈਨੇਜਰ ਸਾਹਿਬ ਨੂੰ ਆਪ ਜੀ ਸੰਪਰਕ ਕਰਕੇ ਸੇਵਾ ਲੈਣੀ ਔਰ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦੇ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ